ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵੈਲਕਮ ਟੂ ਦੀ ਸਪਿਰਚੁਅਲ ਜਰਨੀ ਦਰਸ਼ਨ ਸਾਗਰ। ਆਪ ਸਭ ਜੀ ਦਾ ਸਵਾਗਤ ਹੈ। ਤੇ ਅੱਜ ਦਾ ਜੋ ਐਪੀਸੋਡ ਹੈ ਇਹ ਸਾਡੇ ਹਜ਼ੂਰ ਮਹਾਰਾਜ ਦਰਸ਼ਨਦਾਸ ਜੀ, ਸਾਡੇ ਰਹਿਬਰ, ਸਾਡੇ ਗੁਰੂ, ਸਾਡੇ ਸਤਿਗੁਰੂ, ਉਹਨਾਂ ਦੇ ਜਨਮ ਦਿਨ ਦਾ ਜਨਮ ਦਿਹਾੜਾ। ਤੇ ਵੈਸੇ ਤੇ ਹਮੇਸ਼ਾ ਮਹਾਰਾਜ ਜੀ ਕਿਹਾ ਕਰਦੇ ਸੀਗੇ ਕਿ ਜੋ ਜਨਮ ਹੈ ਕਿ ਹਰ ਰੋਜ਼ ਬੰਦਾ ਇੱਕ ਨਵਾਂ ਜਨਮ ਲੈਂਦਾ। ਅਸੀਂ ਸੋਚਦੇ ਹਾਂ ਕਿ ਜੋ ਸਾਲ ਆਉਂਦਾ ਤੇ ਸਾਡਾ ਜਨਮ ਦਿਨ ਆ ਗਿਆ, ਪਰ ਮਹਾਰਾਜ ਜੀ ਕਹਿੰਦੇ ਸੀ ਕਿ ਜਦੋਂ ਅਸੀਂ ਰਾਤੀ ਸੌਂਦੇ ਹਾਂ ਤੇ ਸਵੇਰੇ ਉੱਠਦੇ ਹਾਂ, ਸਾਡਾ ਦੂਸਰਾ ਜਨਮ ਹੁੰਦਾ। ਤੇ ਸਾਨੂੰ ਸ਼ੁਕਰੀਆ ਅਦਾ ਕਰਨਾ ਚਾਹੀਦਾ ਉਸ ਮਾਲਕ ਦਾ, ਉਸ ਦਾਤੇ ਦਾ, ਕਿ ਤੇਰਾ ਲੱਖ ਲੱਖ ਸ਼ੁਕਰ ਹੈ ਕਿ ਦਾਤਾ ਤੂੰ ਮੈਨੂੰ ਅੱਜ ਇੱਕ ਹੋਰ ਨਵਾਂ ਜਨਮ ਦਿੱਤਾ। ਸੋ ਕਹਿੰਦੇ ਸੀ ਕਿ ਹਰ ਰੋਜ਼ ਬੰਦਾ ਮਰਦਾ ਤੇ ਦੂਸਰਾ ਜਨਮ ਲੈਂਦਾ ਜਦੋਂ ਸਵੇਰੇ ਉੱਠਦਾ। ਤੇ ਹਜ਼ੂਰ ਇਹ ਵੀ ਕਿਹਾ ਕਰਦੇ ਸੀ ਕਿ ਆਪ ਜੀ ਖੁਸ਼ ਹੁੰਦੇ ਹੋ ਜਦੋਂ ਜਨਮ ਦਿਨ ਹੁੰਦਾ ਤੇ ਆਪ ਖੁਸ਼ੀਆਂ ਮਨਾਉਂਦੇ ਹੋ, ਤੇ ਕਹਿੰਦੇ ਜੋ ਸਾਡਾ ਜਨਮ ਦਿਨ ਹੁੰਦਾ ਕਿ ਸਾਨੂੰ ਇਹ ਥੋੜਾ ਅਫਸੋਸ ਹੁੰਦਾ, ਹੇ ਦਾਤਾ ਅੱਜ ਮੇਰਾ ਇੱਕ ਸਾਲ ਹੋਰ ਤੇਰੀ ਡਿਊਟੀ ਦੇ ਵਿੱਚੋਂ ਘੱਟ ਹੋ ਗਿਆ, ਤੇਰੀ ਡਿਊਟੀ ਦੇ ਵਿੱਚੋਂ ਕੰਮ ਹੋ ਗਿਆ, ਕਿ ਜਿੰਨੇ ਸਾਲ ਤੂੰ ਇਸ ਧਰਤੀ ਤੇ ਮੈਨੂੰ ਦਿੱਤੇ ਸੀ ਤੇਰੀ ਡਿਊਟੀ ਕਰਨ ਵਾਸਤੇ, ਇੱਕ ਸਾਲ ਉਹਦੇ ਚੋਂ ਹੋਰ ਗੁਜ਼ਰ ਗਿਆ ਤੇ ਮੈਂ ਕੁਛ ਨਹੀਂ ਕਰ ਪਾਇਆ। ਤੇ ਅਸੀਂ ਜਨਮ ਦਿਨ ਮਨਾਉਂਦੇ ਹਾਂ, ਖੁਸ਼ ਹੁੰਦੇ ਹਾਂ ਕਿ ਅੱਜ ਅਸੀਂ 21 ਦੇ ਹੋ ਗਏ, 22 ਦੇ ਹੋ ਗਏ, 25 ਦੇ ਹੋ ਗਏ, 30 ਦੇ ਹੋ ਗਏ, 50 ਦੇ ਹੋ ਗਏ। ਕਹਿੰਦੇ ਨਹੀਂ, ਸਗੋਂ ਸਾਡੀ ਇੱਕ ਅਨਮੋਲ ਜ਼ਿੰਦਗੀ ਦੇ ਵਿੱਚੋਂ ਇੱਕ ਹੋਰ ਸਾਲ ਘਟ ਗਿਆ। ਤੇ ਮਹਾਰਾਜ ਜੀ ਕਹਿੰਦੇ ਸੀ ਕਿ ਜੇ ਆਪ ਜੀ ਨੂੰ ਇਹ ਖੁਸ਼ੀਆਂ ਨੇ ਜਨਮ ਦਿਨ ਮਨਾਉਣ ਦੀਆਂ, ਤੇ ਕਿਤੇ ਉਹ ਵੀ ਖੁਸ਼ੀਆਂ ਪੈਦਾ ਕਰ ਲਓ ਆਪਣੇ 'ਚ ਕਿ ਜਨਮ ਨੂੰ ਸਵਾਰਨ ਦੀਆਂ, ਕਿ ਆਪਣੇ ਇਸ ਜਾਮੇ ਨੂੰ ਸਵਾਰਨ ਦੀਆਂ, ਕਿ ਜਿੰਨੇ ਚਾਅ ਆਪ ਆਪਣੇ ਬਰਥਡੇ ਮਨਾਉਣ ਤੇ ਕਰਦੇ ਹੋ, ਕਿਤੇ ਇਹਨੂੰ ਸਵਾਰਨ ਤੇ ਵੀ ਕਰ ਲਓ ਤੇ ਆਪ ਜੀ ਦਾ ਜਾਮਾ ਸੁਧਰ ਜਾਏ। ਇਹ ਹਜ਼ੂਰ ਮਹਾਰਾਜ ਕਿਹਾ ਕਰਦੇ ਸੀਗੇ। ਤੇ ਆਪ ਸਭ ਜੀ ਨੂੰ ਦਾਤੇ ਦੇ ਇਸ ਜਨਮ ਦਿਨ ਦੀਆਂ ਲੱਖ 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 ਵਧਾਈਆਂ। ਤੇ ਦਾਤਾ ਕਿਰਪਾ ਕਰੇ ਕਿ ਸਾਨੂੰ ਇਹੋ ਜਿਹਾ ਬਲ ਬਖਸ਼ੇ, ਇਹੋ ਜਿਹਾ ਰਾਹਾਂ ਤੇ ਚੱਲਣ ਦੀ ਹਿੰਮਤ ਬਖਸ਼ੇ ਕਿ ਅਸੀਂ ਆਪਣੀ ਲੈਗਸੀ ਛੱਡ ਜਾਈਏ, ਲੈਗਸੀ ਕਿ ਆਪਣੀਆਂ ਯਾਦਾਂ ਛੱਡ ਜਾਈਏ ਤੇ ਸਾਨੂੰ ਉਸ ਦਾਤੇ ਦੇ ਘਰ ਦੇ ਵਿੱਚ ਜਗ੍ਹਾ ਮਿਲੇ ਤੇ ਬਾਰ-ਬਾਰ ਇਸ ਜਾਮੇ 'ਚ ਆਉਣਾ ਨਾ ਪਵੇ, ਭਟਕਣਾ ਨਾ ਪਵੇ। ਅੱਜ ਆਪ ਜੀ ਨੂੰ ਮੈਂ ਉਹ ਘਰ ਜਿੱਥੇ ਹਜ਼ੂਰ ਮਹਾਰਾਜ ਦਰਸ਼ਨਦਾਸ ਜੀ ਦਾ ਜਨਮ ਹੋਇਆ, ਉਹ ਰੂਮ ਜਿੱਥੇ ਮਹਾਰਾਜ ਜੀ ਦਾ 7 ਦਸੰਬਰ 1953 ਦੇ ਵਿੱਚ ਜਨਮ ਹੋਇਆ, ਉਹ ਆਪ ਜੀ ਘਰ ਦੇਖੋਗੇ। ਫਿਰ ਉਹ ਤੋਂ ਬਾਅਦ ਜਿਹੜੇ ਸਕੂਲ 'ਚ ਮਹਾਰਾਜ ਜੀ ਪੜ੍ਹਦੇ ਸੀਗੇ, ਉਹ ਸਕੂਲ, ਉਹ ਕਲਾਸ, ਉਹ ਰੂਮ ਆਪ ਜੀ ਦੇਖੋਗੇ। ਫਿਰ ਉਸ ਤੋਂ ਬਾਅਦ ਜਿੱਥੇ ਮਹਾਰਾਜ ਜੀ ਨੂੰ ਅਲਾਈਟਮੈਂਟ ਹੋਈ, ਜਿੱਥੇ ਮਹਾਰਾਜ ਜੀ ਨੂੰ ਜੋਤੀ ਮਿਲੀ, ਪਹਿਲੀ ਵਾਰੀ 13 ਸਾਲ ਦੇ ਵਿੱਚ ਜੋ ਦਰਸ਼ਨ ਹੋਏ ਆਪ ਜੀ, ਉਹ ਦੇਖੋਗੇ। ਫਿਰ ਉਸ ਤੋਂ ਬਾਅਦ ਜਦੋਂ 17 ਸਾਲ 'ਚ ਮਹਾਰਾਜ ਜੀ ਨੂੰ ਦੂਸਰੀ ਵਾਰੀ ਜਲੰਧਰ ਸ਼ਹਿਰ ਮਾਸੀ ਜੀ ਦੇ ਘਰ ਜੋਤ ਮਿਲੀ, ਤੇ ਜਿਸ ਤੋਂ ਬਾਅਦ ਹਜ਼ੂਰ ਮਹਾਰਾਜ ਜੀ ਨੇ ਇਹ ਆਪਣਾ ਜੋ ਰੂਹਾਨੀ ਸਫ਼ਰ ਸ਼ੁਰੂ ਕੀਤਾ, ਉਹ ਘਰ ਆਪ ਜੀ ਦੇਖੋਗੇ। ਉਹ ਜਗ੍ਹਾ, ਉਹ ਜੋਤ ਜਿੱਥੇ ਹਜ਼ੂਰ ਮਹਾਰਾਜ ਜੀ ਬੈਠ ਕੇ ਸਿਮਰਨ ਕਰਿਆ ਕਰਦੇ ਸੀ, ਉਹ ਜੋਤ ਅਜੇ ਵੀ ਉੱਥੇ ਜਗਦੀ ਹੈ, ਆਪ ਜੀ ਉਹ ਦੇਖੋਗੇ। ਫਿਰ ਬਟਾਲਾ ਦਰਬਾਰ ਜਿੱਥੇ ਮਹਾਰਾਜ ਜੀ ਨੂੰ ਦਰਸ਼ਨ ਹੋਏ ਔਰ ਪਹਿਲੀ ਵਾਰੀ ਹਜ਼ੂਰ ਮਹਾਰਾਜ ਜੀ ਨੇ ਉੱਥੇ ਆਪਣੇ ਦਰਬਾਰ ਦੀ ਨੀਂਹ ਰੱਖੀ, ਆਪ ਜੀ ਉਹ ਦੇਖੋਗੇ। ਪਹਿਲੋਂ ਜਿਹੜੀ ਜਗ੍ਹਾ ਹੁੰਦੀ ਸੀ, ਹੁਣ ਤਾਂ ਬਹੁਤ ਉਹਦੇ ਨਾਲ ਵੀ ਸੁੰਦਰ ਵੱਡਾ ਦਰਬਾਰ ਬਣ ਗਿਆ, ਪਰ ਜੋ ਪਹਿਲੋਂ ਹੁੰਦਾ ਸੀ, ਜਿਨ੍ਹਾਂ ਨੇ ਪਹਿਲੋਂ ਨਹੀਂ ਦੇਖਿਆ, ਆਪ ਜੀ ਉਹ ਦੇਖੋਗੇ। ਉਸ ਤੋਂ ਬਾਅਦ ਆਪ ਜੀ ਲੋਨੀ ਦਰਬਾਰ ਦੇ ਦਰਸ਼ਨ ਕਰੋਗੇ ਤੇ ਫਿਰ ਇੰਗਲੈਂਡ ਦੇ ਦਰਸ਼ਨ ਕਰੋਗੇ। ਇਹ ਥੋੜੇ ਸਾਲ ਪਹਿਲਾਂ
ਦਾਸ ਨੂੰ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ ਤੇ ਇਸ ਥਾਵਾਂ ਤੇ ਫਿਲਮਿੰਗ ਕਰਨ ਦਾ। ਤੇ ਉਸ ਵੇਲੇ ਇੱਕ ਡਾਕੂਮੈਂਟਰੀ ਬਣਾਈ ਸੀ ਜਿਹਦਾ ਨਾਂ ਰੱਖਿਆ ਸੀ ਮੈਨ ਆਫ ਪੀਸ। ਤੇ ਇਹ ਮੇਰੇ ਇਕੱਲੇ ਦੇ ਨਹੀਂ, ਹੋਰਾਂ ਸਾਥੀਆਂ ਦੇ ਤੇ ਮਹਾਰਾਜ ਦੀ ਕਿਰਪਾ ਦੇ ਸਦਕੇ ਸਭ ਕੁਝ ਹੋਇਆ ਸੀਗਾ। ਕਿਉਂ ਮੇਰੀ ਆਸ ਸੀਗੀ ਕਿ ਮੈਂ ਸੰਗਤਾਂ ਜਿਹੜੀਆਂ ਬਾਹਰ ਨੇ ਉਹ ਇੰਡੀਆ ਨਹੀਂ ਜਾ ਸਕੀਆਂ, ਨਹੀਂ ਦੇਖ ਸਕੀਆਂ, ਉਹ ਦੇਖ ਸਕਣ। ਜਿਹੜੀਆਂ ਇੰਡੀਆ ਨੇ ਉਹ ਇੱਧਰ ਇੰਗਲੈਂਡ ਨਹੀਂ ਦੇਖ ਸਕੀਆਂ, ਉਹ ਦੇਖ ਸਕਣ। ਤੇ ਸਾਡੇ ਜਿਹੜੇ ਬੱਚੇ ਉਹ ਜਾਣ ਸਕਣ ਕਿ ਹਜ਼ੂਰ ਮਹਾਰਾਜ ਜੀ ਕਿੱਥੋਂ ਇੱਕ ਛੋਟੇ ਜਿਹੇ ਘਰ 'ਚ, ਇੱਕ ਛੋਟੇ ਜਿਹੇ ਕਸਬੇ 'ਚ, ਛੋਟੇ ਜਿਹੇ ਸ਼ਹਿਰ ਦੇ ਵਿੱਚ ਜਨਮ ਲੈ ਕੇ ਔਰ ਦਾਤੇ ਨੇ ਉਹ ਜੋਤ, ਜੋ ਰੂਹਾਨੀ ਜੋਤ ਉਹਨਾਂ ਦੇ ਕੀ ਕਹਿੰਦੇ ਆ ਕਿ ਉਹਨਾਂ ਨੂੰ ਬਖਸ਼ੀ। ਤੇ ਸੰਤ ਮਹਾਤਮਾ ਕਹਿੰਦੇ ਪਹਿਲੋਂ ਧੁਰ ਧਾਮ ਤੋਂ ਹੀ ਬਣ ਕੇ ਆਉਂਦੇ ਨੇ, ਬਣਾਏ ਨਹੀਂ ਜਾਂਦੇ ਇੱਥੇ, ਸੈਲਫ ਮੇਡ ਰੱਬ ਵੱਲੋਂ ਬਣਾਏ ਜਾਂਦੇ ਨੇ। ਤੇ ਆਪ ਜੀ ਸਾਰੇ ਦੇਖ ਰਹੇ ਹੋ ਕਿ ਜੋ ਦਾਤੇ ਨੇ ਕਿਹਾ ਸੀਗਾ ਉਹੋ ਹੀ ਹੋਇਆ, ਜੋ ਉਹਨਾਂ ਨੇ ਪ੍ਰੈਡਿਕਸ਼ਨਾਂ ਕੀਤੀਆਂ ਸੀਗੀਆਂ ਉਹੋ ਹੀ ਹੋਇਆ। ਜੋ ਜਿਹਨੂੰ ਮਹਾਰਾਜ ਜੀ ਨੇ ਵਚਨ ਦਿੱਤੇ ਸੀ ਉਹ ਪੂਰੇ ਹੋਏ। ਉਹਨਾਂ ਨੇ ਕਦੀ ਵੀ ਦਾਅਵਾ ਨਹੀਂ ਕੀਤਾ ਸੀ, ਇਹੋ ਕਿਹਾ ਸੀ ਕਿ ਜਾਂ ਨਾਨਕ ਪਾਤਸ਼ਾਹ ਮਿਹਰ ਕਰੇਗਾ। ਨਿਸ਼ਾਨ ਸਾਹਿਬ ਦੇ ਮੱਥਾ ਟੇਕਦੇ, ਗੱਦੀ ਦੇ ਅਰਦਾਸ ਕਰਦੇ, ਔਰ ਹੋਈ ਸੀਗੀ। ਉਹਨਾਂ ਦੇ ਜਾਣ ਤੋਂ ਬਾਅਦ ਵੀ ਜਿਹੜੇ ਉਹਨਾਂ ਵਚਨ ਦਿੱਤੇ ਸੀ ਸਾਰਿਆਂ ਦੇ ਪੂਰੇ ਹੋਏ। ਸੋ ਜੇ ਤੇ ਅਸੀਂ ਇਹ ਸੋਚੀਏ ਕਿ ਅਸੀਂ ਸਿਰਫ ਇਸ ਕਰਕੇ ਆਉਂਦੇ ਹਾਂ ਕਿ ਸਾਡੀਆਂ ਮੁਰਾਦਾਂ ਪੂਰੀਆਂ ਹੋਣ, ਤੇ ਮਹਾਰਾਜ ਜੀ ਕਿਹਾ ਕਰਦੇ ਸੀ ਫਿਰ ਠੀਕ ਹੈ ਆਪ ਜੀ ਆਓ, ਆਪਣੀਆਂ ਮੁਰਾਦਾਂ ਪੂਰੀਆਂ ਕਰਾਓ ਤੇ ਆਪਣੇ ਘਰ ਜਾਓ ਤੇ ਸਿਮਰਨ ਕਰੋ। ਜੇ ਤੁਸੀਂ ਰਸਤਾ ਚਾਹਣਾ ਆ, ਕੋਈ ਨੇਕ ਰਸਤੇ ਤੇ ਚੱਲਣਾ ਆ, ਤੇ ਫਿਰ ਤੁਸੀਂ ਇਹ ਚੀਜ਼ਾਂ ਨੂੰ ਆਪਣੇ ਮਨ ਦੇ ਵਿੱਚੋਂ ਦੂਰ ਕਰਕੇ ਆਓ। ਦਾਤਾ ਗੁਰੂ ਆਪ ਜੀ ਨੂੰ ਆਪਣੇ ਆਪ ਹੀ ਜਦੋਂ ਟਾਈਮ ਆਏਗਾ ਉਹ ਦਿੰਦਾ ਜਾਏਗਾ। ਕਿਉਂ? ਜਿਸ ਤਰ੍ਹਾਂ ਆਪ ਜੀ ਦੇ ਸਾਡੇ ਮਾਤਾ ਪਿਤਾ, ਉਹਨੂੰ ਪਤਾ ਹੁੰਦਾ ਕਿ ਬੱਚੇ ਨੂੰ ਕਦੋਂ ਕੀ ਚਾਹੀਦਾ ਤੇ ਇਹਦੇ ਅੰਦਰ ਕੀ ਚੱਲ ਰਿਹਾ, ਉਹ ਸਭ ਸਮਝਦੇ ਨੇ। ਇਸ ਤਰ੍ਹਾਂ ਸਾਡਾ ਗੁਰੂ, ਉਸ ਜੋ ਗੁਰੂ ਹੈ ਸੇਵਕ ਦੇ ਅੰਦਰ ਕੀ ਚੱਲ ਰਿਹਾ ਉਹਨੂੰ ਸਭ ਪਤਾ ਹੁੰਦਾ, ਤੇ ਸਮਾਂ ਆਉਣ ਤੇ ਟਾਈਮ ਸਿਰ ਉਹ ਚੀਜ਼ਾਂ ਉਹਨਾਂ ਨੂੰ ਦੇ ਦਿੰਦਾ। ਮਹਾਰਾਜ ਜੀ ਕਹਿੰਦੇ ਸੀ ਕਿ ਮੇਰੇ ਦਾਤੇ ਨੇ ਆਪ ਜੀ ਵਾਸਤੇ ਹਰ ਚੀਜ਼ ਗਿਣ ਕੇ ਰੱਖੀ ਹੋਈ ਹੈ। ਜਿਸ ਤਰ੍ਹਾਂ ਤੁਹਾਡੇ ਮਾਂ-ਬਾਪ ਬੱਚਿਆਂ ਦੇ ਵਾਸਤੇ ਸਕੂਲ ਦੀ ਫੀਸ, ਕਾਲਜ ਦੀ ਫੀਸ, ਗਾਂ ਵਿਆਹ ਦਾ ਫਿਕਰ ਹੁੰਦਾ, ਹਰ ਚੀਜ਼ ਉਹਨਾਂ ਨੇ ਸੰਭਾਲ ਕੇ ਰੱਖੀ ਹੁੰਦੀ ਹੈ। ਜਦੋਂ ਟਾਈਮ ਆਉਣਾ ਤੇ ਉਹਨੂੰ ਦੇਣੀ ਹੈ। ਇਸ ਤਰ੍ਹਾਂ ਹੀ ਕਹਿੰਦੇ ਮੇਰੇ ਦਾਤੇ ਨੇ ਆਪ ਜੀ ਵਾਸਤੇ, ਸੇਵਕਾਂ ਵਾਸਤੇ ਹਰ ਚੀਜ਼ ਰੱਖੀ ਹੋਈ ਹੈ। ਪਰ ਆਪ ਜੀ ਨੂੰ ਪੇਸ਼ੈਂਸ ਚਾਹੀਦੀ ਹੈ। ਜਦੋਂ ਟਾਈਮ ਆਏਗਾ ਉਹ ਆਪ ਜੀ ਨੂੰ ਦੇ ਦੇਗਾ। ਸੋ ਆਪ ਜੀ ਇਸ ਵੀਡੀਓ ਦਾ ਆਨੰਦ ਮਾਣੋ। ਆਸ ਹੈ ਆਪ ਸਭ ਨੂੰ ਚੰਗੀ ਲੱਗੇਗੀ। ਕਿੰਨੀਆਂ ਥਾਵਾਂ ਨੇ ਜਿਹੜੀਆਂ ਹੁਣ ਨਹੀਂ ਹੈਗੀਆਂ, ਖਾਸ ਕਰਕੇ ਜਿੱਥੇ ਹਜ਼ੂਰ ਮਹਾਰਾਜ ਜੀ ਸਵੇਰੇ ਕਸਰਤ ਕਰਨ ਜਾਂਦੇ ਸੀਗੇ ਤੇ ਉਸ ਤੋਂ ਬਾਅਦ ਫਿਰ ਉੱਥੇ ਹਲਟੀ ਹੁੰਦੀ ਸੀਗੀ, ਉਹਨੂੰ ਆਪ ਗੇੜ ਕੇ ਪਾਣੀ ਭਰ ਕੇ ਚਬੱਚੇ 'ਚ ਤੇ ਫਿਰ ਨਹਾਉਂਦੇ ਹੁੰਦੇ ਸੀਗੇ। ਤੇ ਦਾਸ ਨੂੰ ਮੌਕਾ ਮਿਲਿਆ ਉਸ ਵੇਲੇ ਉਹ ਹੈਗੀ ਸੀ, ਤੇ ਆਪ ਜੀ ਦੇਖ ਸਕਦੇ ਹੋ ਹੁਣ ਉੱਥੇ ਘਰ ਬਣੇ ਹੋਏ ਨੇ, ਉਹ ਜਗ੍ਹਾ ਵੀ ਨਹੀਂ ਹੈਗੀ। ਸੋ ਇਹ ਜਿਹੜੀਆਂ ਚੀਜ਼ਾਂ ਹੈ ਇਹ ਇੱਕ ਸਾਡੀ ਯਾਦ ਹੈ, ਰਹਿੰਦੀਆਂ ਪੁਸਤਾਂ ਤੱਕ ਲੋਕ ਇਹਨਾਂ ਨੂੰ ਦੇਖਿਆ ਕਰਨਗੇ। ਤੇ ਅੱਜ ਮਹਾਰਾਜ ਜੀ ਦੇ ਜਨਮ ਦਿਵਸ ਤੇ ਮੇਰੇ ਕੋਲੋਂ, ਇਸ ਦਾਸ ਕੋਲੋਂ ਆਪ ਜੀ ਨੂੰ ਇਹੋ ਹੀ ਤੋਹਫਾ ਕਿ ਆਪ ਉਹ ਯਾਦਾਂ ਹਜ਼ੂਰ ਦੀਆਂ ਜੋ ਨੇ ਉਹਨਾਂ ਨੂੰ ਇਹ ਇੱਕ ਗਿਫਟ ਸਮਝੋ ਮੇਰੇ ਵੱਲੋਂ, ਤੇ ਉਹਨਾਂ ਦੇ ਦਰਸ਼ਨ ਕਰੋ। ਤੇ ਆਪ ਸਭ ਨੂੰ ਇਸ ਜਨਮ ਦਿਨ ਦੀਆਂ ਦਾਸ ਵੱਲੋਂ ਫਿਰ ਲੱਖ ਵਧਾਈਆਂ। ਤੇ ਅਗਲੇ ਸਾਲ ਹਜ਼ੂਰ ਨੇ 70 ਹੋ ਜਾਣਾ, ਤੇ ਫਿਰ ਆਪ ਜੀ ਨੂੰ ਕੁਝ ਹੋਰ ਹਜ਼ੂਰ ਮਹਾਰਾਜ ਜੀ ਦੇ ਬਚਪਨ 'ਚੋਂ, ਉਹਨਾਂ ਦੀ ਰੂਹਾਨੀਅਤ 'ਚੋਂ ਫਿਰ ਮੈਂ ਆਪ ਜੀ ਨਾਲ ਸ਼ੇਅਰ ਕਰਾਂਗਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜਨਮ ਦਿਨ ਦਾਤੇ ਦਾ ਆਉਂਦਾ ਏ ਹਰ ਸਾਲ, ਤੇ ਸੰਗਤ ਆਂਦੀ ਏ ਬੜਿਆਂ ਚਾਵਾਂ ਨਾਲ। ਜਨਮ ਦਿਨ ਦਾਤੇ ਦਾ, ਜਨਮ ਦਿਨ सतगुरु ਦਾ। ਧੰਨ दर्शन। इसी पवित्र कंद साहिब गुरुद्वारे वाली गली में एक साधारण ब्राह्मण परिवार
पंडित जगन्नाथ एवं पत्नी चन्नदेई का घर है। ऋषियों, मुनियों, फकीरों एवं संतों को पैदा करने वाली हिंदुस्तान की धरती की परंपरा में 7 दिसंबर 1953 को एक कड़ी और जुड़ी। एक अलौकिक शक्ति पुंज ने जन्म लिया। इसका नाम दर्शन लाल रखा गया। ਤੇ ਮਹਾਰਾਜ ਜੀ ਦੀ ਜਿਹੜੀ ਮੁੱਢਲੀ ਸਿੱਖਿਆ ਸਕੂਲ ਉਹ ਕੰਨ ਸਾਹਿਬ ਗੁਰਦੁਆਰਾ ਤੇ ਮਹਾਰਾਜ ਜੀ ਦੇ ਜਨਮ ਸਥਾਨ ਦੇ ਬਿਲਕੁਲ ਮਿਡਲ ਚ ਨਾਲ ਹੀ ਸਕੂਲ ਹੈ ਤੇ ਉਧਰੋਂ ਮੈਂ ਆਖਣਾ ਉੱਠ ਬੇਟਾ ਘੰਟੀ ਵੱਜ ਗਈ, ਉੱਠ ਛੇਤੀ ਉੱਠਣਾ ਫਟਾਫਟ ਤੇ ਮੂੰਹਾਂ ਤੇ ਧੋਣਾ ਤੇ ਦਹੀਂ ਦੀ ਕੌਲੀ ਫੜਨੀ ਪੀ ਕੇ ਤੇ ਭੱਜ ਜਾਣਾ। बालक दर्शन लाल प्रखर बुद्धि के मेधावी छात्र थे। वे अध्ययनशील बालक थे। कक्षा में वे प्राय शांत रहते, लेकिन दूसरे बच्चों से अलग दिखते थे। उन्हें देखने से ऐसा लगता था कि ये बालक होनहार एवं असाधारण है। उन्हें सभी छात्र एवं शिक्षक अपना स्नेह देते थे। ਤੇ ਆਪ ਜੀ ਉਹ ਰੂਮ ਵੀ ਦੇਖ ਰਹੇ ਹੋ ਜਿੱਥੇ ਹਜੂਰ ਮਹਾਰਾਜ ਜੀ ਦਰਸ਼ਨਦਾਸ ਜੀ ਦਾ ਜਨਮ ਹੋਇਆ ਤੇ ਮਹਾਰਾਜ ਤੋਂ ਲੋਚਨ ਦਰਸ਼ਨਦਾਸ ਜੀ ਦਾ ਜਨਮ ਹੋਇਆ। ਤੇ ਉਹ ਧੰਨ ਜਗ੍ਹਾ ਹੈ ਤੇ ਕਹਿੰਦੇ ਮਹਾਰਾਜ ਕਹਿੰਦੇ ਕਿ ਆਉਣ ਵਾਲੇ ਸਮਿਆਂ 'ਚ ਕਿ ਸਾਰੀ ਦੁਨੀਆ ਤੋਂ ਲੋਕ ਆਉਣ ਕਰਨਗੇ ਕਿ ਉਸ ਜਗ੍ਹਾ ਦੇ ਦਰਸ਼ਨ ਕਰਨ ਕਿ ਜਿੱਥੇ ਇਹ ਰੱਬ ਦੇ ਕੀ ਕਹਿੰਦੇ ਆ ਕਿ ਵੀ ਪ੍ਰਗਟ ਹੋਇਆ, ਜੋਤ ਪ੍ਰਗਟ ਹੋਈ। ਮਹਾਰਾਜ ਜੀ ਨੂੰ ਸ਼ੌਂਕ ਸੀਗਾ ਕਬੱਡੀ ਖੇਡਣ ਦਾ ਤੇ ਕੁਸ਼ਤੀ ਕਰਨ ਦਾ ਤੇ ਵਰਜਿਸ਼ ਕਰਨ ਦਾ। ਤੇ ਇਹ ਜਿਹੜੀ ਜਗ੍ਹਾ ਇੱਥੇ ਕਹਿੰਦੇ ਕਿ ਮਹਾਰਾਜ ਜੀ ਆਪ ਸਵੇਰੇ ਆਉਂਦੇ ਹੁੰਦੇ ਸੀਗੇ ਤੇ ਆਮ ਬੋਲਦ ਜੋੜ ਕੇ ਇੱਥੇ ਪਾਣੀ ਕੱਢਿਆ ਜਾਂਦਾ ਇਸ ਹਲਟੀ ਚੋਂ, ਪਰ ਮਹਾਰਾਜ ਜੀ ਕਹਿੰਦੇ ਖੁਦ ਇਸ ਹਲਟੀ ਨੂੰ ਆਪ ਹੀ ਗੇੜਦੇ ਸੀ, ਫਿਰ ਪਾਣੀ ਭਰ ਲੈਂਦੇ ਸੀ ਤੇ ਇਸ਼ਨਾਨ ਕਰਦੇ ਹੁੰਦੇ ਸੀਗੇ। ਤਾਂ ਹੁਣ ਇਹ ਜਗ੍ਹਾ ਉੱਥੇ ਨਹੀਂ ਹੈ। ਇਸ ਤੋਂ ਬਾਅਦ ਮਹਾਰਾਜ ਜੀ ਨੇ ਜਦੋਂ ਸਕੂਲ 'ਚ ਆਪਣੀ ਸਿੱਖਿਆ ਲਈ ਤੇ ਸਕੂਲ 'ਚ ਅੱਗੇ ਨਹੀਂ ਗਏ ਤੇ ਆਪਣੀ ਮਾਸੀ ਵੱਲ ਜ਼ਿਆਦਾ ਜਾਣਾ ਸ਼ੁਰੂ ਕੀਤਾ, ਜੋ ਕਿ ਜਲੰਧਰ ਸ਼ਹਿਰ ਬਸਤੀ ਸ਼ੇਖ 'ਚ ਉਹਨਾਂ ਦਾ ਘਰ ਹੈ। ਤੇ 13 ਸਾਲ ਦੀ ਆਯੂ ਦੇ ਵਿੱਚ ਹਜੂਰ ਮਹਾਰਾਜ ਜੀ ਨੂੰ ਪਹਿਲੀ ਵਾਰੀ उस अलौकिक ताकत ने दर्शन देते, पर महाराज जी समझ नहीं पाए। विधाता के विधान में आज वो समय आ गया था जब दर्शन लाल जी को ज्योति मिलनी थी। परिवार वाले दुविधा में थे, सोच रहे थे कि कहीं इन्हें भूत प्रेत तो नहीं चढ़ गया। लेकिन दर्शन लाल जी तो दीन दुनिया से दूर दैविक शक्तियों से बातें कर रहे थे। वैष्णव देवी की परम भक्त मौसी को भी दिव्य शक्ति से संदेश आया कि ये हमारा बालक है, अब ये वो कार्य करेगा जिसके लिए इसका जन्म हुआ है। 15 अगस्त 1971 की तिथि बड़ी महत्वपूर्ण थी। इसी दिन 3 पावन पर्व थे: भारत की स्वाधीनता, पूर्णिमा और रक्षाबंधन। यह त्योहार स्नेह के बंधन का प्रतीक है, क्योंकि भगवान विष्णु दैत्यराज बाली से प्रसन्न होकर उसके द्वारपाल बने थे, जिन्हें देवी लक्ष्मी ने बाली को स्नेह युक्त रक्षा बांधकर मुक्त किया था। शायद इस सृष्टि का संचालन करने वाली शक्ति उसी दिन दर्शन लाल को माया एवं सांसारिकता के बंधन से मुक्त कर संपूर्ण मानवता की सेवा के स्नेह के बंधन में बांधना चाहती थी। इसलिए उसने ऐसे पवित्र दिन सिर्फ 17 साल की उम्र में दर्शन लाल को अपने दिव्य रूप का दर्शन कराया। महाराज जी पट्ठे वड्डन गए ते उत्थे उन्हां नूं हजूर महाराज जी नूं दर्शन होए ਤੇ ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਤੂੰ ਸਾਡੇ ਕੰਮ ਕਰਨੇ ਆ, ਜਿਸ ਵਾਸਤੇ ਤੇਰਾ ਜਨਮ ਹੋਇਆ ਤੇ ਜੋ ਤੂੰ ਕਹੇਂਗਾ ਉਹ ਅਸੀਂ ਕਰਾਂਗੇ। ਮਹਾਰਾਜ ਜੀ ਨੂੰ ਇਸ ਚੀਜ਼ ਦੀ ਸਮਝ ਨਹੀਂ ਆਈ, ਸਮਝ ਨਹੀਂ ਲੱਗੀ। ਉਸ ਟਾਈਮ ਤੇ ਮਹਾਰਾਜ ਜੀ ਜੋ ਵੀ ਕਿਹਾ ਕਰਦੇ ਸੀ ਉਹ ਸੱਚ ਹੁੰਦਾ ਸੀ। ਜੋ ਵੀ ਸਵਾਲੀ ਆਂਦਾ ਸੀ ਉਹਦੀਆਂ ਮੁਰਾਦਾਂ ਪੂਰੀਆਂ ਕਰਦੇ ਸੀ, ਝੋਲੀਆਂ ਭਰੀ ਜਾਂਦੇ ਹੁੰਦੇ ਸੀਗੇ। ਫਿਰ ਮਹਾਰਾਜ ਜੀ ਨੇ ਪੂਰਾ ਕੱਟਿਆ। ईश्वरीय आदेश को स्वीकार करते हुए महाराज जी ने 40 दिन का व्रत रखा। इतना बड़ा अनुष्ठान दृढ़ संकल्प एवं ईश्वरीय अनुकंपा के बिना संभव नहीं था। व्रत के बाद उनके चेहरे पर अलौकिक तेज आ गया और उनमें एक अद्भुत शक्ति समा गई। वे
अब जनहित और मानव कल्याण की भावना से ओतप्रोत होकर अपनी नई यात्रा पर निकल पड़े। बटाला डेरे की स्थापना ठीक उसी स्थान पर हुई जहां 13 वर्ष की आयु में बालक दर्शनलाल को उस अलौकिक शक्ति के दर्शन हुए थे। बाबा भंडोले शाह की मजार के समीप बटाला डेरे की नींव 15 जून 1973 को रखी गई। सब सेवक अब एक दूसरे को महाराज जी की आज्ञा अनुसार जय दाते कहकर संबोधित करने लगे। बटाला जैसी छोटी जगह पर पैदा हुई इस दिव्य विभूति ने उस सर्वशक्तिमान ईश्वर का संदेश सूर्य की किरणों की तरह संपूर्ण विश्व में फैला दिया। मातृ देवो भव पितृ देवो भव की परंपरा का पालन करते हुए महाराज जी का विवाह कपूरथला में एक पटवारी परिवार से तय हुआ। महाराज ने खुद मंगिया सी रिश्ता मेरा, कहंदे असी शादी ते नहीं सी करवानी लेकिन साडे माता पिता दी तमन्ना। 4 मार्च 1976 को पटवारी परिवार की कन्या उषा जी से विवाह कर महाराज जी ने जात पात के बंधनों को तोड़ा। बहुत फकर है जिथे दास भी पैदा होया ते हजूर दी शादी देखण दा भी मौका मिलिया। से उस तो बाद हजूर महाराज जी दे 2 साहिबजादे होए, महाराज तरलोचन दर्शन दास जी ते दास ਧਿਆਨੋ जी। तो इस तरह ही महाराज दर्शन दास जी जिथे जिथे गए क्योंकि उन्होंने उत्थे उत्थे लोगों नूं तारना सी। फिर महाराज जी ने दिल्ली लोनी ते लोनी दरबार दी नींह पत्थर रखिया, लोनी दरबार बसाया। लोनी की जमीन पर सिर्फ बबूल एवं कटीली झाड़ियां ही उगती थी। ये जमीन बंजर एवं पथरीली थी। इस धरती को नागों की धरती भी कहा जाता था। उस तो बाद बाहर दा सद्दा आया। फिर महाराज जी इंग्लैंड दे विच बर्मिंघम च आए 190 हैम्पसर रोड ते। उस तो बाद संगतां दी की कहंदे डिमांड दे नाल फिर 11 चर्चिल रोड डेरा जो इंडिया तो बाहर सब तो पहला डेरा। आज हजूर महाराज जी का गुरुपुरब सारी दुनिया में मनाया जा रहा है। यहाँ जहाँ भी उनके दास हैं वो उनको याद करके उनका ये गुरुपुरब मना रहे हैं। तो स्पेशली 3 दिन का जो भंडारा बटाला दरबार साहिब, यहाँ हजूर महाराज जी को ज्योति मिली थी और उस शहर में यहाँ महाराज जी ने जन्म लिया था, वहाँ मनाया जा रहा है। तो मेरी तरफ से आप सबको महाराज जी के इस गुरुपुरब की लख लख बधाई। साडा जो जन्म 1953 का है, 17 साल की सर्विस है जो दास धर्म के लिए सवाल काफ़ी उठते हैं। दास धर्म क्यों बने? दास का जो मुंड है वो तो असी काफ़ी अगे भी बयान किया कि दा नूं जे पिछे लाइए सा दे तो सदा लई सादा लफज दे विच तब्दील हो जाता है।